ਗੁੱਡ ਮਾਰਨਿੰਗ ਸਟੂਡੈਂਟਸ ਆਪਾਂ ਕੀਤਾ ਸੀ ਗ੍ਰੀਨ ਵੈਲਿਊਏਸ਼ਨ। ਉਸ ਤੋਂ ਬਾਅਦ ਅੱਜ ਆਪਣਾ ਟੌਪਿਕ ਹੈ ਪ੍ਰੋਬਲਮ ਆਫ ਐਗਰੀਕਲਚਰ ਮਾਰਕੀਟਿੰਗ। ਠੀਕ ਹੈ ਕਿ ਐਗਰੀਕਲਚਰ ਮਾਰਕੀਟਿੰਗ ਦੇ ਵਿੱਚ ਕੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਆਪਣੇ ਇੰਡੀਅਨ ਫਾਰਮਰਸ ਨੂੰ। ਕਿਸਾਨ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਜਦੋਂ ਉਹਨਾਂ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ, ਹਾਰਵੈਸਟਿੰਗ ਕਰ ਲੈਂਦੇ ਨੇ ਜਦੋਂ ਆਪਣੀ ਕ੍ਰੌਪ ਦੀ। ਉਸ ਤੋਂ ਬਾਅਦ ਹੁਣ ਕੰਮ ਕੀ ਹੈ, ਉਹਨਾਂ ਨੇ ਹੁਣ ਆਪਣੀ ਜਿਹੜੀ ਫਸਲ ਹੈ ਉਹਨੂੰ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਲਿਆ ਕੇ ਇੱਕ ਫੇਅਰ ਪ੍ਰਾਈਸ ਦੇ ਕੇ ਉਹਨੂੰ ਸੇਲ ਕਰਨਾ ਹੈ। ਠੀਕ ਹੈ, ਜਿਹਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਕੀ ਫੇਸ ਕਰਨੀਆਂ ਪੈਂਦੀਆਂ ਨੇ, ਜਿਹਦੇ ਬਾਰੇ ਹੁਣ ਆਪਾਂ ਅੱਜ ਕੀ ਹੈ ਸਟੱਡੀ ਕਰਾਂਗੇ। ਠੀਕ ਹੈ, ਦਿਸ ਇਜ਼ ਰੈਗੂਲੇਟ ਅੰਡਰ ਕ੍ਰੌਪ ਸੇਲਸ ਐਕਟ 1961, ਪੰਜਾਬ ਮੰਡੀ ਕੈਂਪ ਬੋਰਡ ਐਂਡ ਮਾਰਕੀਟ ਕਮੇਟੀ ਕੰਟਰੈਕਟ ਇਨ ਅਫੇਅਰਸ। ਐਗਰੀਕਲਚਰ ਮਾਰਕੀਟਿੰਗ ਸਿਸਟਮ ਹੈਜ਼ ਮੈਨੀ ਡਿਫੈਕਟਸ। ਕਹਿੰਦੇ ਨੇ ਐਗਰੀਕਲਚਰ ਮਾਰਕੀਟਿੰਗ ਸਿਸਟਮ ਦੇ ਵਿੱਚ ਕਈ ਤਰ੍ਹਾਂ ਦੇ ਡਿਫੈਕਟਸ ਪਾਏ ਗਏ ਨੇ, ਜਿਵੇਂ ਪਹਿਲਾ ਲੈਕ ਆਫ ਪ੍ਰੋਪਰ ਸਟੋਰੇਜ ਫੈਸਿਲਿਟੀਜ਼। ਕਿ ਭਾਰਤੀ ਕਿਸਾਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਕੀ ਫੇਸ ਕਰਨੀ ਪੈਂਦੀ ਹੈ ਕਿ ਉਹਨਾਂ ਨੂੰ ਆਪਣੀ ਫਸਲ ਨੂੰ ਸਟੋਰੇਜ ਕਰਨ ਦੀ ਜਿਹੜੀ ਫੈਸਿਲਿਟੀ ਹੈ ਉਹ ਪ੍ਰੋਪਰ ਪ੍ਰੋਵਾਈਡ ਨਹੀਂ ਕੀਤੀ ਗਈ, ਜਾਂ ਉਹਨਾਂ ਕੋਲ ਉਸ ਚੀਜ਼ ਦੀ ਕੀ ਹੈ ਲੈਕ ਹੈ, ਕਮੀ ਹੈ। ਮਤਲਬ ਫਸਲ ਤਿਆਰ ਹੋਣ ਤੋਂ ਬਾਅਦ ਉਹਨਾਂ ਨੂੰ ਆਪਣੀ ਫਸਲ ਨੂੰ ਸਟੋਰ ਕਰਕੇ ਰੱਖਣਾ ਪਏਗਾ। ਹੁਣ ਫਸਲ ਦੇਖੋ ਕਿੰਨੀ ਜ਼ਿਆਦਾ ਹੁੰਦੀ ਹੈ, ਉਹਨਾਂ ਕੋਲ ਪ੍ਰੋਪਰ ਗੋਡਾਊਨ ਨਹੀਂ ਹੁੰਦੇਗੀ, ਅਤੇ ਫਸਲ ਹੁਣ ਜੇ ਬਾਹਰ ਖੁੱਲ੍ਹੇ 'ਚ ਐ ਪਈ ਰਹੇਗੀ ਤਾਂ ਖਰਾਬ ਹੋ ਜਾਏਗੀ। ਮੌਸਮ ਦਾ ਕੋਈ ਪਤਾ ਨਹੀਂ ਕਦੋਂ ਬਾਰਿਸ਼ ਹੋ ਜੇ, ਤਾਂ ਇਹਦੇ ਕਰਕੇ ਹੁੰਦਾ ਕਿ ਉਹ ਆਪਣੀ ਫਸਲ ਨੂੰ ਸਟੋਰ ਕਰਕੇ ਕਿਤੇ ਸੇਫ ਜਗ੍ਹਾ 'ਤੇ ਰੱਖਣ, ਪਰ ਉਹਦੀ ਕੀ ਕਮੀ ਪਾਈ ਗਈ ਹੈ, ਜਿਹਦੇ ਕਰਕੇ ਉਹ ਮਜਬੂਰ ਹੋ ਜਾਂਦੇ ਨੇ ਆਪਣੀ ਫਸਲ ਨੂੰ ਤੁਰੰਤ ਕਟਾਈ ਤੋਂ ਬਾਅਦ ਵੇਚਣ ਦੇ ਲਈ, ਅਤੇ ਜਿਹਦੇ ਕਰਕੇ ਉਹਨਾਂ ਨੂੰ ਜਿਹੜੀ ਦੀ ਪ੍ਰਾਈਸ ਕੀ ਹੈ ਉਹ ਘੱਟ ਮਿਲਦੀ ਹੈ। ਜੇ ਉਹ ਚਾਹੁੰਦੇ ਨੇ ਕਿ ਉਹਨੂੰ ਫੇਅਰ ਪ੍ਰਾਈਸ 'ਤੇ ਵੇਚਣ, ਜਦੋਂ ਪ੍ਰਾਈਸ ਠੀਕ ਹੋ ਉਦੋਂ ਵੇਚਣ, ਤਾਂ ਉਹਨਾਂ ਨੂੰ ਕੀ ਹੈ ਸਟੋਰੇਜ ਫੈਸਿਲਿਟੀ ਕੀ ਹੈ ਪ੍ਰੋਵਾਈਡ ਕਰਨੀ ਚਾਹੀਦੀ ਹੈ। ਜੇ ਸਟੋਰੇਜ ਫੈਸਿਲਿਟੀ ਹੋਏਗੀ ਤਾਂ ਹੀ ਉਹ ਸਹੀ ਪ੍ਰਾਈਸ 'ਤੇ ਆਪਣੀ ਫਸਲ ਨੂੰ ਕੀ ਹੈ ਸੇਲ ਕਰ ਪਾਉਣਗੇ। ਅੱਗੇ ਮਾਲ ਪ੍ਰੈਕਟਿਸ ਇਨ ਦਾ ਮੰਡੀਜ਼। ਮਾਲ ਪ੍ਰੈਕਟਿਸ ਇਨ ਦਾ ਮਾਰਕੀਟ ਇਜ਼ ਏ ਕਾਮਨ ਫੀਚਰਸ ਦੇ ਰਿਲੇਟ ਟੂ ਵੇਟ ਐਂਡ ਮੈਜ਼ਰ ਐਂਡ ਲੋ ਫਿਕਸੇਸ਼ਨ ਆਫ ਪ੍ਰਾਈਸ। ਮਾਰਕੀਟ ਦੇ ਵਿੱਚ ਜਿਹੜੇ ਮਾਲ ਪ੍ਰੈਕਟਿਸ ਹੈ, ਮਤਲਬ ਕਿਸੇ ਚੀਜ਼ ਨੂੰ ਜਿਹੜੀ ਵੇਟ ਕਰਨੀ ਹੁੰਦੀ ਹੈ ਉਹਦੇ ਲਈ ਜਿਹੜੇ ਉਹ ਮੈਜ਼ਰ ਲਈ ਜਿਹੜੇ ਯੂਜ਼ ਕਰਦੇ ਨੇ, ਮੈਜ਼ਰਮੈਂਟ ਵਾਸਤੇ ਜਿਹੜੇ ਵੱਟੇ ਵਗੈਰਾ ਹੁੰਦੇ ਨੇ ਉਹ ਸਹੀ ਨਹੀਂ ਹੁੰਦੇ ਗੇ, ਉਹ ਸਹੀ ਪ੍ਰਾਈਸ ਦੇ ਨਾ ਹੋਣ ਕਰਕੇ ਉਹਨਾਂ ਨੂੰ ਕੀ ਹੈ ਆਪਣੀ ਸਹੀ ਪ੍ਰਾਈਸ ਨਹੀਂ ਮਿਲਦੀ। ਪ੍ਰੋਬਲਮ ਆਫ ਟਰਾਂਸਪੋਰਟ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ, ਟਰਾਂਸਪੋਰਟ ਪ੍ਰੋਪਰ ਨਾ ਹੋਣ ਕਰਕੇ ਉਹਨਾਂ ਨੂੰ ਆਪਣੀ ਫਸਲ ਨੂੰ ਪਿੰਡਾਂ ਦੇ ਵਿੱਚ ਹੀ ਵੇਚਣ ਦੇ ਲਈ ਕੀ ਹੈ ਮਜਬੂਰ ਹੋਣਾ ਪੈਂਦਾ ਹੈ। ਜੇ ਉਹ ਸ਼ਹਿਰਾਂ ਦੇ ਵਿੱਚ ਆਪਣੀ ਫਸਲ ਲੈ ਕੇ ਵੇਚਣਗੇ ਤਾਂ ਉਹਨਾਂ ਨੂੰ ਵਧੀਆ ਪ੍ਰਾਈਸ ਮਿਲਣਗੇ, ਲੇਕਿਨ ਪਿੰਡ ਤੋਂ ਸ਼ਹਿਰਾਂ ਦੇ ਵਿੱਚ ਆਉਣ ਦੇ ਲਈ ਉਹਨਾਂ ਨੂੰ ਪ੍ਰੋਪਰ ਕੀ ਹੈ ਟਰਾਂਸਪੋਰਟ ਫੈਸਿਲਿਟੀਜ਼ ਚਾਹੀਦੀ ਹੈ, ਜਿਹਦੀ ਕੀ ਹੈ ਕਮੀ ਪਾਈ ਜਾਂਦੀ ਹੈ। ਟਰਾਂਸਪੋਰਟ ਫੈਸਿਲਿਟੀਜ਼ ਨਾ ਹੋਣ ਕਰਕੇ ਜਿਹੜੇ ਅਮੀਰ ਕਿਸਾਨ ਹੈ ਉਹ ਤਾਂ ਫਿਰ ਵੀ ਪ੍ਰੋਵਾਈਡ ਕਰ ਲੈਂਦੇ ਨੇ, ਠੀਕ ਹੈ, ਅਰੇਂਜ ਕਰ ਲੈਂਦੇ ਨੇ, ਲੇਕਿਨ ਜਿਹੜੇ ਗਰੀਬ ਕਿਸਾਨ ਹੁੰਦੇ ਨੇ ਉਹਨਾਂ ਨੂੰ ਆਪਣੀ ਫਸਲ ਨੂੰ ਮੰਡੀਆਂ ਦੇ ਵਿੱਚ ਹੀ, ਪਿੰਡਾਂ ਦੇ ਵਿੱਚ ਹੀ ਵੇਚਣ ਦੇ ਲਈ ਕੀ ਹੈ ਮਜਬੂਰ ਹੋਣਾ ਪੈਂਦਾ ਹੈ, ਬਿਕੋਜ਼ lack of facility of proper transport। ਅੱਗੇ ਆ ਗਿਆ ਆਪਣਾ ਮਲਟੀਪਲਸਿਟੀ ਆਫ ਇੰਟਰਮੀਡੀਏਟਸ। ਕੀ ਹੈ ਕਿ ਆਪਣੇ ਜਿਹੜੇ ਭਾਰਤੀ ਕਿਸਾਨ ਹੈਗੇ ਉਹਨਾਂ ਦੇ ਵਿੱਚ ਕਈ ਤਰ੍ਹਾਂ ਦੇ ਕੀ ਹੈ ਫਸਲ ਨੂੰ ਵੇਚਣ ਤੱਕ ਦੋਵਾਂ ਦੇ ਵਿੱਚ ਕਈ ਤਰ੍ਹਾਂ ਦੇ ਕੀ ਹੈ ਵਿਚੋਲੇ ਪਾਏ ਜਾਂਦੇ ਨੇ। ਠੀਕ ਹੈ, ਭਾਰਤੀ ਕਿਸਾਨਾਂ ਨੇ ਕੀ ਹੁੰਦਾ ਵੈ ਕਈ ਤਰ੍ਹਾਂ ਦੇ ਕਮਿਸ਼ਨ ਏਜੰਟਸ ਹੋ ਗਏ, ਹੋਲਸੇਲਰਸ, ਰਿਟੇਲਰਸ ਆ ਗਏ। ਠੀਕ ਹੈ, ਅਤੇ ਜਿਹਦੇ ਕਰਕੇ ਇੱਕ ਚੇਨ ਬਣੀ ਹੋਈ ਹੈ, ਇਹ ਚੇਨ ਬਣੀ ਹੋਣ ਕਰਕੇ ਵੀ ਭਾਰਤੀ ਕਿਸਾਨਾਂ ਨੂੰ ਆਪਣੀ ਫਸਲ ਸਹੀ ਮੁੱਲ 'ਤੇ ਨਹੀਂ ਮਿਲਦੀ। ਇਹਦਾ ਜ਼ਿਆਦਾਤਰ ਫਾਇਦਾ ਕੌਣ ਲੈ ਜਾਂਦਾ ਹੈ, ਭਾਰਤੀ ਕਿਸਾਨ ਤਾਂ ਆਪਣੀ ਫਸਲ ਦਾ ਫਾਇਦਾ ਹੁੰਦਾ ਨਹੀਂ, ਲੇਕਿਨ ਜਿਹੜੇ ਇਹਨਾਂ ਦੇ ਵਿੱਚ ਇੰਟਰਮੀਡੀਏਟਸ ਹੁੰਦੇ ਨੇ, ਜਿਹੜੇ ਵਿਚੋਲੇ ਹੁੰਦੇ ਨੇ, ਉਹ ਜ਼ਿਆਦਾ ਮਾਤਰਾ ਦੇ ਵਿੱਚ ਕੀ ਹੈ ਪ੍ਰੋਫਿਟ ਲੈ ਜਾਂਦੇ ਨੇ, ਕਿਉਂਕਿ ਭਾਰਤੀ ਕਿਸਾਨ ਨੇ ਕੀ ਹੈ ਕਰਜ਼ਾ ਲਿਆ ਹੁੰਦਾ ਵੈ। ਕਰਜ਼ਾ ਛੇਤੀ ਚੁਕਾਉਣ ਦੇ ਕਾਰਨ ਉਹਨਾਂ ਨੂੰ ਆਪਣੀ ਫਸਲ ਨੂੰ ਕੀ ਹੈ ਇਹਨਾਂ ਇੰਟਰਮੀਡੀਏਟਸ ਜਿਹੜੇ ਵਿਚੋਲੇ ਹੁੰਦੇ ਉਹਨਾਂ ਨੂੰ ਵੇਚਣ ਦੇ ਲਈ ਕੀ ਹੈ ਮਜਬੂਰ ਹੋਣਾ ਪੈਂਦਾ ਹੈ। ਨੋ ਪ੍ਰੋਪਰ ਔਰਗਨਾਈਜੇਸ਼ਨ ਇੱਕ ਕੋਈ ਸੰਸਥਾ ਪ੍ਰੋਪਰ ਨਹੀਂ ਬਣੀ ਹੋਏਗੀ। ਮਾਰਕੀਟੇਬਲ ਸਰਪਲਸ ਇਜ਼ ਬ੍ਰੌਟ ਸੈਪਰੇਟਲੀ ਬਾਈ ਸਮੋਲ ਫਾਰਮਰਸ ਵਿਚ ਕੋਜ਼ ਹਾਈ ਟਰਾਂਸਪੋਰਟ ਕੋਸਟ ਐਂਡ ਲੈਸ ਪ੍ਰਾਈਸ ਆਫ ਪ੍ਰੋਡਿਊਸ। ਤਾਂ ਕੀ ਆ ਗਿਆ ਕਿ ਮਾਰਕੀਟੇਬਲ ਸਰਪਲਸ ਇਜ਼ ਬ੍ਰੌਟ ਸੈਪਰੇਟਲੀ ਬਾਈ ਦਾ ਸਮੋਲ ਫਾਰਮਰਸ ਵਿੱਚ ਇਹਦੇ ਨਾਲ ਕੀ ਹੈ, ਇਹਦੇ ਨਾਲ ਕੀ ਹੈ ਹਾਈ ਕੋਸਟ, ਜੇਕਰ ਉਹਨਾਂ ਕੋਲ ਜਿਹੜੀ ਹੈਗੀ ਹੈ ਸੈਪਰੇਟ ਜਿਹੜੀ ਉਹਨਾਂ ਕੋਲ ਭਾਰਤੀ ਕਿਸਾਨਾਂ ਦੇ ਕੋਲ ਜਿਹੜੇ ਛੋਟੇ ਕਿਸਾਨਾਂ ਦੇ ਕੋਲ ਹੈ ਜਿਹੜੀ ਫਸਲ ਉਹਨਾਂ ਕੋਲ ਬਚ ਜਾਂਦੀ ਹੈ, ਜੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਉਹ ਬਾਜ਼ਾਰ ਦੇ ਵਿੱਚ ਲੈ ਕੇ ਵੇਚਦੇ ਨੇ ਤਾਂ ਉਹਨਾਂ ਨੂੰ ਟਰਾਂਸਪੋਰਟ ਕੋਸਟ ਕੀ ਹੈ ਬਹੁਤ ਜ਼ਿਆਦਾ ਪੈਂਦੀ ਹੈ, ਜਿਹਦੇ ਕਰਕੇ ਕੀ ਹੈ ਫਸਲ ਦੀ ਜਿਹੜੀ ਉਹਨਾਂ ਨੂੰ ਮਹਿੰਗੀ ਪੈਣੀ ਸ਼ੁਰੂ ਹੋ ਜਾਂਦੀ ਹੈ, ਪ੍ਰਾਈਸ ਤਾਂ ਘੱਟ ਮਿਲਦੀ ਹੈ, ਕੋਸਟ ਪੈਣੀ ਕੀ ਹੈ ਉਹਨਾਂ ਨੂੰ ਵੱਧ ਸ਼ੁਰੂ ਹੋ ਜਾਂਦੀ ਹੈ। ਠੀਕ ਹੈ, ਰੋਇਲ ਕਮਿਸ਼ਨ ਔਨ ਐਗਰੀਕਲਚਰ observed that so long as the farmer does not learn the system of marketing himself or in cooperation with others, he can never bargain better with the buyer of his produce who are often very sure and well informed। ਇਹਦੇ 'ਚ ਕਿਹਾ ਜਾਂਦਾ ਕਿ ਜੇਕਰ ਕਿ ਕਹਿੰਦੇ ਨਹੀਂ ਹੁਣ ਪ੍ਰੋਪਰ ਇੱਕ ਸੰਸਥਾ ਪ੍ਰੋਪਰ ਔਰਗਨਾਈਜੇਸ਼ਨ ਨਾ ਹੋਣ ਦੇ ਕਰਕੇ ਵੀ
ਭਾਰਤੀ ਕਿਸਾਨਾਂ ਨੂੰ ਕੀ ਹੈ ਮਾਰਕੀਟ ਸਿਸਟਮ ਬਾਰੇ ਪੂਰੀ ਨੌਲੇਜ ਨਹੀਂ ਹੁੰਦੀ ਗੀ, ਜਿਹਦੇ ਕਰਕੇ ਉਹ ਕੀ ਹੈ ਇਹਨਾਂ ਦੇ ਵਿੱਚ ਕੀ ਇੱਕ ਦੂਜੇ ਨਾਲ ਵਧੀਆ ਕੀ ਹੈ ਹਰ ਕੋਈ ਆਪਣਾ ਪ੍ਰੋਫਿਟ ਲੈਣਾ ਚਾਹੁੰਦਾ, ਜਿਹਦੇ ਨਾਲ ਉਹ ਇੱਕ ਦੂਜੇ ਨਾਲ ਕੋਆਪਰੇਟ ਨਹੀਂ ਕਰਦੇਗੇ। ਕੋਆਪਰੇਟ ਨਾ ਕਰਨ ਦੇ ਕਰਕੇ ਕੀ ਹੁੰਦਾ ਵੈ ਕਿ ਇਹ ਆਪਸ ਦੇ ਵਿੱਚ ਕੀ ਹੈ ਬਾਰਗਨਿੰਗ ਸ਼ੁਰੂ ਹੋ ਜਾਂਦੀ ਹੈ, ਕਿਉਂਕਿ ਕਿਸਾਨ ਨੂੰ ਪੈਸਾ ਚਾਹੀਦਾ ਹੁੰਦਾ ਵੈ ਅਤੇ ਉਹਨਾਂ ਨੂੰ ਕੀ ਹੁੰਦਾ ਕਿ ਆਪਣਾ ਕਰਜ਼ਾ ਚੁਕਾਉਣ ਦੇ ਲਈ ਜਦੋਂ ਬਾਰਗਨਿੰਗ ਸਿਸਟਮ ਸਟਾਰਟ ਹੋ ਜਾਂਦਾ ਵੈ ਤਾਂ ਉਹਨਾਂ ਨੂੰ ਆਪਣੀ ਫਸਲ ਦਾ ਕੀ ਸਹੀ ਮੁੱਲ ਨਹੀਂ ਮਿਲਦਾ ਗਾ। ਲੈਕ ਆਫ ਫਾਈਨਾਂਸ, ਪ੍ਰੋਪਰ ਕੀ ਹੈ ਫਾਈਨਾਂਸ ਦੀ ਕਮੀ ਹੁੰਦੀ ਹੈ। ਹੁਣ ਜਦੋਂ ਕਿਸਾਨ ਦੀ ਫਸਲ ਤਿਆਰ ਹੋ ਜਾਂਦੀ ਹੈ ਦੂਜੀ ਫਸਲ ਨੂੰ ਬੀਜਣ ਦੇ ਲਈ ਕੀ ਹੈ ਉਹਨਾਂ ਨੂੰ ਪੈਸੇ ਦੇ ਚਾਹੀਦੇ ਹੁੰਦੇ ਨੇ, ਅਤੇ ਲੇਕਿਨ ਉਹਨਾਂ ਕੋਲ ਪੈਸੇ ਦੀ ਕਮੀ ਹੋਣ ਕਰਕੇ ਉਹਨਾਂ ਨੂੰ ਆਪਣੀ ਫਸਲ ਨੂੰ ਘੱਟ ਕੀਮਤ 'ਤੇ ਕੀ ਹੈ ਵੇਚਣ ਦੇ ਲਈ ਕੀ ਹੈ ਮਜਬੂਰ ਹੋਣਾ ਪੈਂਦਾ ਵੈ। ਫੋਰਸਡ ਸੇਲ, ਭਾਰਤੀ ਕਿਸਾਨ ਨੂੰ ਕੀ ਕਈ ਤਰ੍ਹਾਂ ਦੇ ਐਸੇ ਰੀਜ਼ਨ ਹੋ ਗਏ, ਕਈ ਰੀਜ਼ਨ ਕੀ ਹੋ ਗਏ ਜਿਵੇਂ ਫਾਈਨਾਂਸ ਦੀ ਕਮੀ ਹੋ ਗਈ, ਪ੍ਰੋਪਰ ਟਰਾਂਸਪੋਰਟ ਦੀ ਫੈਸਿਲਿਟੀਜ਼ ਨਾ ਹੋਣ ਕਰਕੇ, ਸਟੋਰੇਜ ਦੀ ਫੈਸਿਲਿਟੀਜ਼ ਨਾ ਹੋਣ ਕਰਕੇ ਉਹਨਾਂ ਨੂੰ ਫੋਰਸ ਹੋਣਾ ਪੈਂਦਾ ਕਿ ਉਹਨਾਂ ਨੂੰ ਕੰਪੈਲ ਕੀਤਾ ਜਾਂਦਾ ਕਿ ਉਹ ਆਪਣੀ ਫਸਲ ਨੂੰ ਛੇਤੀ ਵੇਚਣ ਦੇ ਲਈ ਕੀ ਹੈ ਮਜਬੂਰ ਹੋ ਜਾਂਦੇ ਨੇ। ਲੈਕ ਆਫ ਮਾਰਕੀਟ ਇੰਟੈਲੀਜੈਂਸ ਕੀ ਹੈ ਭਾਰਤੀ ਕਿਸਾਨ ਨੂੰ ਮਾਰਕੀਟ ਬਾਰੇ ਪੂਰੀ ਪ੍ਰੋਪਰ ਨੌਲੇਜ ਨਹੀਂ ਹੈਗੀ, ਜੇ ਉਹਨਾਂ ਨੂੰ ਪ੍ਰੋਪਰ ਨੌਲੇਜ ਪ੍ਰੋਵਾਈਡ ਕੀਤੀ ਜਾਵੇ ਤਾਂ ਉਹ ਆਪਣੀ ਫਸਲ ਨੂੰ ਫੇਅਰ ਪ੍ਰਾਈਸ 'ਤੇ ਕੀ ਹੈ ਵੇਚ ਸਕਦੇ ਨੇ। ਲੈਕ ਆਫ ਗ੍ਰੇਡਿੰਗ ਨਹੀਂ ਕਰਦੇਗੇ, ਇਹਦੇ 'ਚ ਕੀ ਹੁੰਦਾ ਕਿ ਜਦੋਂ ਕੋਈ ਫਸਲ ਨੂੰ ਬੀਜ ਲੈਂਦੇ ਆ, ਤਿਆਰ ਕਰ ਲੈਂਦੇ ਆ, ਕਟਾਈ ਕਰ ਲੈਂਦੇ ਆ, ਉਸ ਤੋਂ ਬਾਅਦ ਉਹਦੀ ਗ੍ਰੇਡਿੰਗ ਬਹੁਤ ਜ਼ਰੂਰੀ ਹੁੰਦੀ ਹੈ, ਲੇਕਿਨ ਭਾਰਤੀ ਕਿਸਾਨ ਕੀ ਹੈ ਗ੍ਰੇਡਿੰਗ ਨਹੀਂ ਕਰਦੇ। ਗ੍ਰੇਡਿੰਗ ਮਤਲਬ ਕਿ ਜਿਹੜੀ ਬੈਡ ਕੁਆਲਿਟੀ ਅਤੇ ਗੁੱਡ ਕੁਆਲਿਟੀ ਦੀ ਫਸਲ ਹੈ ਉਹਨੂੰ ਅਲੱਗ-ਅਲੱਗ ਉਹਦੀ ਛਾਂਟੀ ਕਰ ਦੇਣਾ, ਫਿਰ ਗੁੱਡ ਪ੍ਰਾਈਸ ਜਿਹੜੀ ਫਸਲ ਹੈ ਉਹਨੂੰ ਵਧੀਆ ਪ੍ਰਾਈਸ 'ਤੇ ਵੇਚਣਾ, ਜਿਹੜੀ ਥੋੜ੍ਹੀ ਜਿਹੀ ਖਰਾਬ ਫਸਲ ਹੈ ਉਹਨੂੰ ਥੋੜ੍ਹੀ ਘੱਟ ਪ੍ਰਾਈਸ 'ਤੇ ਵੇਚ ਦੇਣਾ। ਲੇਕਿਨ ਭਾਰਤੀ ਕਿਸਾਨ ਇਸ ਤਰ੍ਹਾਂ ਗ੍ਰੇਡਿੰਗ ਕਰਦਾ ਹੀ ਨਹੀਂ, ਉਹ ਕੀ ਹੈ ਕਿ ਜਿਹੜੀ ਵਧੀਆ ਫਸਲ ਹੁੰਦੀ ਹੈ ਅਤੇ ਚੰਗੀ ਮਾੜੀ ਫਸਲ ਹੁੰਦੀ ਹੈ ਦੋਵਾਂ ਨੂੰ ਮਿਕਸ ਕਰਕੇ ਸਹੀ ਇੱਕੋ ਰੇਟ 'ਤੇ ਵੇਚ ਦਿੰਦੇ ਨੇ, ਤਾਂ ਕਰਕੇ ਵੀ ਉਹਨਾਂ ਨੂੰ ਕੀ ਹੈ ਆਪਣੀ ਪ੍ਰੋਪਰ ਕੀ ਹੈ ਪ੍ਰਾਈਜ਼ ਨਹੀਂ ਮਿਲਦੇ। ਤਾਂ ਇਹ ਵੀ ਆਪਣੀ ਕੀ ਪ੍ਰੋਪਰ ਇਹਨਾਂ ਨੂੰ ਮਾਰਕੀਟਿੰਗ ਬਾਰੇ ਪੂਰੀ ਨੌਲੇਜ ਨਾ ਹੋਣ ਕਰਕੇ ਉਹ ਗ੍ਰੇਡਿੰਗ ਦੀ ਨੌਲੇਜ ਵੀ ਨਹੀਂ ਉਹਨਾਂ ਨੂੰ ਹੈਗੀ, ਜਿਨ੍ਹਾਂ ਕਰਕੇ ਉਹਨਾਂ ਨੂੰ ਫੇਅਰ ਪ੍ਰਾਈਜ਼ ਨਹੀਂ ਮਿਲਦੇ। ਅੱਗੇ ਸੁਜੈਸ਼ਨਸ ਕੀ ਨੇ ਜਿਹੜੇ ਕਿ ਟੂ ਕਵਰ ਕੰਮ ਦਾ ਸ਼ੋਰਟ ਕਮਿੰਗ ਆਫ ਐਗਰੀਕਲਚਰ ਮਾਰਕੀਟ ਦੇ ਵਿੱਚ ਟਰਾਂਸਪੋਰਟ ਫੈਸਿਲਿਟੀਜ਼। ਆਪਾਂ ਪਹਿਲੇ ਕੀ ਕਰ ਸਕਦੇ ਹਾਂ ਕਿ ਭਾਰਤੀ ਕਿਸਾਨ ਨੂੰ ਟਰਾਂਸਪੋਰਟ ਫੈਸਿਲਿਟੀਜ਼ ਕੀ ਹੈ ਪ੍ਰੋਪਰ ਪ੍ਰੋਵਾਈਡ ਕਰਨੀ ਚਾਹੀਦੀ ਹੈ। ਦੇ ਸ਼ੁੱਡ ਪੂਲ ਦੇਅਰ ਰਿਸੋਰਸਿਸ ਦਾ ਹਾਇਰ ਟਰਾਂਸਪੋਰਟ, ਤਾਂ ਜੋ ਆਪਣੇ ਕੀ ਹੈ ਟਰਾਂਸਪੋਰਟ ਚਾਹੇ ਹਾਇਰ ਕਰਨ ਚਾਹੇ ਹਾਇਰ ਹੀ ਕਰਨਗੇ ਅਤੇ ਜਿਹਦੇ ਕਰਕੇ ਕੀ ਹੈ ਉਹਨਾਂ ਨੂੰ ਕੀ ਹੈ ਵਧੀਆ ਕੀ ਹੈ ਇੱਕ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਲੈ ਕੇ ਆਪਣੀ ਫਸਲ ਨੂੰ ਸਹੀ ਪ੍ਰਾਈਸ 'ਤੇ ਕੀ ਹੈ ਉਹ ਵੇਚ ਸਕਣ ਅਤੇ ਉਹਨਾਂ ਨੂੰ ਆਪਣੀ ਫਸਲ ਪਿੰਡਾਂ ਦੇ ਵਿੱਚ ਵੇਚਣ ਦੇ ਲਈ ਨਾ ਮਜਬੂਰ ਹੋਣ। ਇਹ ਤਾਂ ਹੀ ਹੋਏਗਾ ਜੇਕਰ ਉਹਨਾਂ ਨੂੰ ਟਰਾਂਸਪੋਰਟ ਫੈਸਿਲਿਟੀਜ਼ ਕੀ ਹੈ ਪ੍ਰੋਵਾਈਡ ਕੀਤੀ ਜਾਵੇ। ਸਟੋਰੇਜ ਫੈਸਿਲਿਟੀਜ਼ ਜਿਵੇਂ ਜਿਹੜੇ ਕਮੀਆਂ ਸੀ ਸਾਰੇ ਬਸ ਉਹੀ ਕੀ ਹੈ ਸੁਜੈਸ਼ਨਸ ਬਣ ਜਾਣਗੀਆਂ। ਆਪਾਂ ਟਰਾਂਸਪੋਰਟ ਫੈਸਿਲਿਟੀਜ਼ ਕੀਤੀ ਸੀ ਨਾ ਕਮੀ ਦੇ ਵਿੱਚ, ਆਪਾਂ ਪਹਿਲਾਂ ਪੁਆਇੰਟ ਕੀਤਾ ਸੀ ਸਟੋਰੇਜ ਫੈਸਿਲਿਟੀਜ਼। ਹੁਣ ਸੁਜੈਸ਼ਨਸ ਕੀ ਹੋ ਗਈ ਕਿ ਸਟੋਰੇਜ ਫੈਸਿਲਿਟੀਜ਼ ਪ੍ਰੋਵਾਈਡ ਕਰਨੀ ਚਾਹੀਦੀ ਹੈ ਤਾਂ ਜੋ ਭਾਰਤੀ ਕਿਸਾਨ ਆਪਣੀ ਫਸਲ ਨੂੰ ਸਟੋਰ ਕਰਕੇ ਰੱਖ ਸਕਣ ਅਤੇ ਜਦੋਂ ਉਹਨੂੰ ਸਹੀ ਪ੍ਰਾਈਸ 'ਤੇ ਕੀ ਉਹਨੂੰ ਸੇਲ ਕਰ ਸਕਣ। ਬਾਰਗਨਿੰਗ ਪਾਵਰ ਕੀ ਹੈ ਜਿਹੜੇ ਕਿਸਾਨ ਕੀ ਬਾਰਗਨਿੰਗ ਕਰਦੇ ਨੇ ਠੀਕ ਹੈ ਉਹਨੂੰ ਕੀ ਇੰਪਰੂਵ ਕਰਨਾ ਚਾਹੀਦਾ ਵੈ। ਰਿਮੂਵਲ ਆਫ ਇੰਟਰਮੀਡੀਏਟਸ ਜਿਹੜੇ ਕਿ ਭਾਰਤੀ ਕਿਸਾਨਾਂ ਦੇ ਅਤੇ ਉਹਨਾਂ ਦੀ ਫਸਲ ਵਿੱਚ ਜਿਹੜੇ ਇੰਟਰਮੀਡੀਏਟਸ ਪਾਏ ਜਾਂਦੇ ਨੇ ਜਿਹੜੇ ਵਿਚੋਲੇ ਪਾਏ ਜਾਂਦੇ ਨੇ ਉਹਨਾਂ ਦਾ ਕੀ ਕਰਨਾ ਚਾਹੀਦਾ ਵੈ ਖਾਤਮਾ ਕਰਨਾ ਚਾਹੀਦਾ ਵੈ। ਫਰੀਡਮ ਫਰੋਮ ਮਨੀ ਲੈਂਡਰਸ, ਜਿਹੜੇ ਭਾਰਤੀ ਕਿਸਾਨ ਹੈ ਉਹ ਮਨੀ ਲੈਂਡਰਸ ਤੋਂ ਉਹਨਾਂ ਨੂੰ ਕੀ ਹੈ ਫਰੀਡਮ ਉਹਨਾਂ ਨੂੰ ਕਰਨਾ ਚਾਹੀਦਾ ਵੈ ਤਾਂ ਜੋ ਉਹ ਆਪਣੀ ਫਸਲ ਨੂੰ ਇਹਨਾਂ ਮਨੀ ਲੈਂਡਰਸ ਜਿਹੜੇ ਹੁੰਦੇ ਜਿਨ੍ਹਾਂ ਤੋਂ ਉਹਨਾਂ ਨੇ ਕਰਜ਼ਾ ਲਿਆ ਹੁੰਦਾ ਉਹਨਾਂ ਤੋਂ ਵੇਚਣ ਦੇ ਲਈ ਮਜਬੂਰ ਨਾ ਹੋ ਸਕਣ। ਇਹਦੇ ਲਈ ਕੀ ਹੈ ਕਿ ਭਾਰਤੀ ਕਿਸਾਨ ਹੈ ਕਿ ਉਹਨਾਂ ਨੂੰ ਭਾਰਤੀ ਕਿਸਾਨ ਦੇ ਕੀ ਲੈ ਕੇ ਕਿ ਜਿਹੜੇ ਗੌਰਮੈਂਟ ਹੈਗੀ ਉਹਨਾਂ ਨੂੰ ਪ੍ਰੋਪਰ ਕ੍ਰੈਡਿਟ ਫੈਸਿਲਿਟੀਜ਼ ਕੀ ਹੈ ਕਿਸਾਨਾਂ ਨੂੰ ਪ੍ਰੋਵਾਈਡ ਕਰਨੀ ਚਾਹੀਦੀ ਹੈ ਤਾਂ ਜੋ ਕਿ ਮਨੀ ਲੈਂਡਰਸ ਤੋਂ ਵੱਧ ਰੇਟ ਆਫ ਇੰਟਰਸਟ 'ਤੇ ਪੈਸੇ ਉਧਾਰ ਲੈਣ ਹੀ ਨਾ ਅਤੇ ਨਾ ਹੀ ਆਪਣੀ ਫਸਲ ਉਹਨਾਂ ਨੂੰ ਵੇਚਣ ਦੇ ਲਈ ਕੀ ਹੈ ਮਜਬੂਰ ਹੋਣ। ਠੀਕ ਹੈ ਅੱਗੇ ਆ ਗਿਆ ਪ੍ਰੋਪਰ ਸਿਸਟਮ ਆਫ ਵੇਟ ਐਂਡ ਮੈਜ਼ਰ, ਜਿਹੜੀ ਪ੍ਰੋਪਰ ਉਹਨਾਂ ਦੀ ਫਸਲ ਭਾਰਤੀ ਕਿਸਾਨ ਨੂੰ ਪ੍ਰੋਪਰ ਨੌਲੇਜ ਨਾ ਹੋਣ ਕਰਕੇ ਜਿਹੜੇ ਫਸਲ ਨੂੰ ਤੋਲਣ ਦੇ ਲਈ ਜਿਹੜੇ ਆਪਾਂ ਤੋਲ ਮਾਪ ਦੇ ਜਿਹੜੇ ਸਾਧਨ ਹੁੰਦੇ ਨੇ ਉਹ ਪ੍ਰੋਪਰ ਯੂਜ਼ ਨਹੀਂ ਕਰਦੇਗੇ ਅਤੇ ਉਹਨਾਂ ਦੇ ਉਹ ਵੀ ਕੀ ਹੈ ਜਿਵੇਂ ਕਿਸੇ ਦੇ ਉੱਪਰ ਵੇਟ ਕੁਛ ਹੋਰ ਲਿਖਿਆ ਹੁੰਦਾ ਲੇਕਿਨ ਉਹਦਾ ਜਿਹੜਾ ਭਾਰ ਕੀਤਾ ਜਾਂਦਾ ਉਹਨਾਂ ਦੋਵਾਂ ਚੀਜ਼ਾਂ ਦੇ ਵਿੱਚ ਕੀ ਹੈ ਫਰਕ ਹੁੰਦਾ ਵੈ ਤਾਂ ਉਹ ਕੀ ਹੈ ਪ੍ਰੋਪਰ ਕੀ ਹੈ ਉਹਨਾਂ ਨੂੰ ਪ੍ਰੋਵਾਈਡ ਕਰਨੇ ਚਾਹੀਦੇ ਨੇ। ਜਾਣੀ ਕਿ ਜੇ ਕਿਲੋ ਦਾ ਵੱਟਾ ਤਾਂ ਕਿਲੋ ਦੀ ਫਸਲ ਦਾ ਹੀ ਉਹ ਕੀ ਹੈ ਤੋਲ ਕਰੇ ਤਾਂ ਇਹਦੇ ਵਿੱਚ ਕੀ ਹੈ ਇੰਪਰੂਵਮੈਂਟ ਹੋਣੀ ਚਾਹੀਦੀ ਹੈ। ਕਲੀਅਰ ਬਸ ਇੱਥੋਂ ਤੱਕ ਇਹ ਚੈਪਟਰ ਆਪਾਂ ਕਰਾਂਗੇ ਅਤੇ ਜੇ ਕਿਸੇ ਨੂੰ ਕੋਈ ਡਾਊਟ ਹੋਏ ਤਾਂ ਪੁੱਛ ਲਿਓ। ਇਹਦੇ ਨਾਲ ਤੁਹਾਡਾ ਚੈਪਟਰ ਕੀ ਹੋ ਗਿਆ ਕੰਪਲੀਟ ਹੋ ਗਿਆ। ਓਕੇ ਜੇ ਕੋਈ ਡਾਊਟ ਹੋਇਆ ਤਾਂ ਮੈਨੂੰ ਪਰਸਨਲੀ ਮੈਸੇਜ ਕਰਕੇ ਪੁੱਛ ਲਿਓ।